ਬੱਚਿਓ ਅੱਜ ਅਸੀਂ ਪੜ੍ਹਾਂਗੇ ਕਹਾਣੀ ਸੱਗੀ ਫੁੱਲ, ਜਿਸ ਨੂੰ ਲਿਖਣ ਵਾਲੇ ਹਨ ਪ੍ਰਸਿੱਧ ਕਹਾਣੀਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਜੀ। ਗੁਰਦਿਆਲ ਸਿੰਘ ਜੀ ਦਾ ਜਨਮ 10 ਜਨਵਰੀ 1933 ਈਸਵੀ ਨੂੰ ਹੋਇਆ। ਸਤਾਰਾਂ ਦੇ ਲਗਭਗ ਸਨਮਾਨ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲ ਚੁੱਕੇ ਹਨ, ਜਿਵੇਂ ਪਦਮ ਸ਼੍ਰੀ, ਗਿਆਨਪੀਠ ਪੁਰਸਕਾਰ, ਦ ਸੋਵੀਅਤ ਲੈਂਡ ਨਹਿਰੂ ਅਵਾਰਡ, ਪੰਜਾਬੀ ਸਾਹਿਤ ਅਕਾਦਮੀ ਅਵਾਰਡ ਆਦਿ ਇਹਨਾਂ ਨੂੰ ਮਿਲ ਚੁੱਕੇ ਹਨ। ਇਹਨਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ ਚੰਨ ਦਾ ਬੂਟਾ, ਓਪਰਾ ਘਰ, ਆਦਮੀ ਤੇ ਕੁੱਤਾ, ਮਸਤੀ ਬੋਤਾ, ਗੱਪੀਆਂ ਦਾ ਪਿਓ, ਬਾਬਾ ਖੇਮਾ ਆਦਿ। ਪੰਜਾਬੀ ਸੱਭਿਆਚਾਰ ਵਿੱਚ ਔਰਤਾਂ ਸ਼ਿੰਗਾਰ ਲਈ ਬਹੁਤ ਸਾਰੇ ਗਹਿਣੇ ਪਹਿਨਦੀਆਂ ਹਨ, ਜਿਵੇਂ ਸੱਗੀ ਫੁੱਲ, ਟਿੱਕਾ, ਝੂਮਰ, ਸੂਈ, ਕਲਿੱਪ, ਸਿੰਗ ਤਵੀਤ, ਤੱਗੇ। ਜੜਾਊ ਗਹਿਣੇ ਔਰਤ ਦਾ ਸ਼ਿੰਗਾਰ ਹੁੰਦੇ ਹਨ, ਜਿਨ੍ਹਾਂ ਨੂੰ ਪਹਿਨਣਾ ਔਰਤ ਬਹੁਤ ਹੀ ਪਸੰਦ ਕਰਦੀ ਹੈ ਅਤੇ ਖੁਸ਼ੀ ਮਹਿਸੂਸ ਕਰਦੀ ਹੈ। ਸੋ ਕਹਾਣੀ ਕੁਝ ਇੰਜ ਹੈ, ਜਿਸ ਵਿੱਚ ਈਸਰ ਨਾਂ ਦਾ ਵਿਅਕਤੀ ਅਤੇ ਉਸ ਦੀ ਪਤਨੀ ਮੁੰਨੋ ਨਿਮਨ ਕਿਸਾਨੀ ਨਾਲ ਸੰਬੰਧਿਤ ਹੈ। ਗਰੀਬ ਕਿਸਾਨ ਹਰ ਵੇਲੇ ਡੰਗ ਟਪਾਉਣਾ ਚਾਹੁੰਦਾ ਹੈ, ਪਰ ਮੁੰਨੋ ਗੱਜ ਵੱਜ ਕੇ ਨਨਾਣ ਦੇ ਮੁੰਡੇ ਦੇ ਵਿਆਹ 'ਤੇ ਨਾਨਕ ਸ਼ੱਕ ਲੈ ਜਾਣਾ ਚਾਹੁੰਦੀ ਹੈ। ਸ਼ਬਦ ਅਰਥ: ਭੇਲੀ ਵਿਆਹ ਦਾ ਸੱਦਾ ਦੇਣ ਗਏ, ਮਿੱਠੇ ਦੇ ਰੂਪ ਵਿੱਚ ਗੁੜ ਆਦਿ ਦੇਣਾ। ਰੇਸਾ ਰਟ ਲਾਉਣੀ, ਆਥਣ ਉੱਗਣ, ਸ਼ਾਮ ਸਵੇਰੇ, ਸੂਰਜ ਚੜ੍ਹਨ ਵੇਲੇ, ਅੜੀ ਜਿੱਦ, ਡੰਗ ਸਾਰਨਾ, ਗੁਜ਼ਾਰਾ ਕਰਨਾ, ਗੱਜ ਵੱਜ ਕੇ ਜਾਣਾ, ਸ਼ਾਨ ਸ਼ੌਕਤ ਨਾਲ ਜਾਣਾ, ਨੱਕ ਵਢਾਉਣਾ, ਬੇਇੱਜ਼ਤੀ ਕਰਾਉਣੀ ਆਦਿ। ਜਦੋਂ ਸ਼ਾਮ ਨੂੰ ਈਸਰ ਖੇਤ 'ਚੋਂ ਹਲ ਛੱਡ ਕੇ ਆਇਆ, ਮੁੰਨੋ ਨੇ ਫੇਰ ਉਹੀ ਜਿੱਦ ਫੜ ਲਈ, ਫੇਰ ਉਹੀ ਰਿੜਕਾ ਪਾ ਲਿਆ, ਉਹੀ ਗੱਲਾਂ ਦੁਹਰਾਉਣ ਲੱਗ ਪਈ ਕਿ ਅੱਜ ਬਚਨੀ ਦੀ ਬੇਬੇ ਆਈ ਸੀ, ਗਵਾਂਢੋਂ ਕੋਈ ਔਰਤ ਹੈ ਬਚਨੀ ਦੀ ਬੇਬੇ, ਅਤੇ ਉਹ ਦੱਸ ਕੇ ਗਈ ਆ ਜਿਹੜੀਆਂ ਗੱਲਾਂ। ਕਹਿੰਦੀ ਮੇਰਾ ਮਨ ਬੜਾ ਦੁਖੀ ਹੋਇਆ ਉਹਦੇ ਨਾਲ। ਅਤੇ ਉਹ ਕੀ ਕਹਿ ਕੇ ਗਈ ਆ? ਕਹਿੰਦੀ ਆ ਤੇਰੀ ਜਠਾਣੀ ਸਾਰੇ ਪਿੰਡ 'ਚ ਗੁੱਡਾ ਬੰਨੀ ਫਿਰਦੀ ਆ। ਕਹਿੰਦੀ ਹੈ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀਂ ਮਾਲਕ ਦੁੰਬ ਚੁੱਕੀ ਫਿਰਦੇ ਸੀ, ਭਾਵ ਜਾਇਦਾਦ ਲੈਣੀ ਸੀ, ਅਤੇ ਦੋਨੋਂ ਬੜੀ ਹੁਸ਼ਿਆਰੀ ਦੇ ਨਾਲ ਅੱਡ ਹੋਣ ਨੂੰ ਤਿਆਰ ਸੀ। ਕਹਿੰਦੀ ਹੁਣ ਪਤਾ ਲੱਗੂ ਜਦੋਂ ਬਹੁਤਾ ਖਰਚਾ ਕਰਨਾ ਪਿਆ। ਦੇਖੂ ਨਾ ਕਿਹੜੇ ਤੱਗੇ ਕਰਾ ਕੇ ਲਿਜਾਂਦੇ ਆ, ਮਤਲਬ ਕਿ ਨਨਾਣ ਦੇ ਮੁੰਡੇ ਦੇ ਵਿਆਹ ਵਿੱਚ ਉਹ ਕੀ ਗਹਿਣੇ ਬਣਾ ਕੇ ਲੈ ਕੇ ਜਾਊਗੀ। ਕਹਿੰਦੀ ਮੈਂ ਵੀ ਪਾਲੇ ਦੀ ਧੀ ਨਹੀਂ, ਜੇ ਸੱਗੇ ਰੱਤਿਆਂ 'ਚ ਇਹਨਾਂ ਦਾ ਸੂੰਢਕਾ ਨੀਵਾਂ ਨਾ ਕੀਤਾ ਤਾਂ ਸਾਡੀ ਛੱਪਰੀ 'ਚ ਭਾਵੇਂ ਕੱਖ ਨਾ ਰਵੇ। ਹੁਣ ਇਹ ਗੱਲ ਮੁੰਨੋ ਕਹਿ ਰਹੀ ਆ ਈਸਰ ਨੂੰ। ਕਹਿੰਦੀ ਮੈਂ ਆਪਦੀ ਬੇਇੱਜ਼ਤੀ ਨਹੀਂ ਕਰਾਉਣੀ ਆਪਦੇ ਰਿਸ਼ਤੇਦਾਰਾਂ ਵਿੱਚ, ਅਤੇ ਮੈਂ ਇਹਨਾਂ ਦਾ ਨੱਕ ਵੱਢਣਾ, ਭਾਵ ਇਹਨਾਂ ਦੀ ਬੇਇੱਜ਼ਤੀ ਕਰਨੀ ਆ ਜੇਠ ਜਠਾਣੀ ਦੀ। ਇਸ ਪੈਰੇ ਦਾ ਇਹ ਭਾਵ ਹੈ। ਬੱਚੇ ਹੁਣ ਇਹ ਪੈਰਾ ਪੜ੍ਹਨਗੇ। ਬੱਚਿਓ ਤੁਸੀਂ ਇਸ ਦੀ ਰੀਡਿੰਗ ਕਰਨੀ ਹੈ। ਈਸਰ ਬੱਚਿਓ ਕੁਝ ਪਹਿਲਾਂ ਹੀ ਖੇਤ 'ਚੋਂ ਕੰਮ ਕਰਦਾ ਥੱਕ ਕੇ ਆਇਆ ਸੀ। ਆਉਂਦੇ ਨੂੰ ਜਦੋਂ ਉਹਦੀ ਘਰਵਾਲੀ ਮੁੰਨੋ ਨੇ ਉਹਨੂੰ ਅਜਿਹੀਆਂ ਗੱਲਾਂ ਸੁਣਾਈਆਂ ਤਾਂ ਉਹਦਾ ਜਿਹੜਾ ਮਨ ਸੀ ਹੋਰ ਵੀ ਦੁਖੀ ਹੋ ਗਿਆ। ਪਰ ਮੁੰਨੋ ਕੀ ਕਹਿੰਦੀ ਆ, ਗੱਲ ਨੂੰ ਬਸ ਉਸੇ ਪਾਸੇ ਲਾਈ ਰੱਖਦੀ ਹੈਗੀ। ਕਹਿੰਦੀ ਬਈ ਜੇ ਮੈਂ ਥੋੜ੍ਹਾ ਜਿਹਾ ਵੀ ਹੱਥ ਘੁੱਟ ਲਿਆ
ਕੱਲ ਮੂਹੀ ਨੇ ਸਾਰੀ ਉਮਰ ਨੇਣ ਕੇ ਮਾਰ ਦੇਣਾ। ਕਹਿੰਦੀ ਵੀ ਜਠਾਣੀ ਮੇਰੀ ਨੇ ਮੈਨੂੰ ਬਹੁਤ ਮਿਹਣੇ ਮਾਰਨੇ ਆ। ਇੱਕ ਤਾਂ ਗਵਾਂਢ ਰਹਿੰਦੀ ਆਗੀ ਕੋਲੇ ਨਾਲ ਹੀ ਚੁੱਲ੍ਹਾ, ਭਾਵ ਸਾਂਝੀ ਕੰਧ ਆ, ਅਤੇ ਕਹਿੰਦੀ ਰੋਜ਼ ਹੀ ਮੈਨੂੰ ਉਹਦੇ ਮਿਹਣੇ ਸੁਣਨ ਨੂੰ ਮਿਲਿਆ ਕਰਨਗੇ। ਦੂਜਾ ਕਹਿੰਦੀ ਈਸਰ ਦੀ ਭੈਣ ਦਾ ਸੁਭਾਅ ਵੀ ਬੜਾ ਰੁੱਖਾ, ਔਰ ਕਹਿੰਦੀ ਉਹਨੇ ਵੀ ਇਹਦੀ ਚੱਕੀ ਚਕਾਈ ਨੇ, ਜਠਾਣੀ ਦੀ ਚੱਕੀ ਚਕਾਈ ਨੇ ਮੇਰੇ ਨਾਲ ਹੋਰ ਔਖੀ ਹੋ ਜਾਣਾ, ਮੂੰਹ ਵੱਟ ਲੈਣਾ। 4 ਛਿੱਲੜ ਲਾਉਣ ਦੀ ਮਾਰੀ ਕਹੂਗੀ, ਇਹਨੇ ਮੂੰਹ ਫੇਰ ਲਿਆ। ਅਤੇ ਇਸ ਕਰਕੇ ਕਹਿੰਦੀ ਜੱਗ 'ਤੇ ਲੈਣ ਦੇਣ ਤਾਂ ਬਣਿਆ ਹੀ ਆਇਆ। ਜਿਨ੍ਹਾਂ ਦੇ ਕੁਛ ਨਹੀਂ ਹੈਗਾ ਉਹ ਵੀ ਆਪਦੇ ਭੈਣ ਭਰਾਵਾਂ ਨਾਲ ਵਰਤਦੇ ਹੀ ਆ। ਮੁੰਨੋ ਦੇ ਕਹਿਣ ਦਾ ਮਤਲਬ ਇਹ ਹੈ। ਇਸ ਪੈਰੇ ਦੇ ਸ਼ਬਦ ਅਰਥ ਹਨ ਬੱਚਿਓ। ਹੱਡ ਚਸਕੀ ਜਾਂਦੇ, ਹੱਡ ਦੁਖੀ ਜਾਂਦੇ, ਹੂਲਾ ਫੱਕਣਾ ਪਊ, ਔਖਾ ਕੰਮ ਕਰਨਾ ਹੀ ਪਊ, ਹੱਥ ਘੁੱਟ ਲੈਣਾ, ਕੰਜੂਸੀ ਕਰਨੀ, ਕਲਮੂਹੀ। ਕਲਮੂਹੀ ਦੇ ਵਿੱਚ ਲੱਲੇ ਪੈਰ ਹਾ, ਕਲਮੂਹੀ ਮੂੰਹ ਵਿੱਚੋਂ ਬੁਰੇ ਸ਼ਬਦ ਬੋਲਣ ਵਾਲੀ, ਨੇਣ ਕੇ ਮਾਰਨਾ, ਨੰਨੇ ਦੇ ਪੈਰ ਵਿੱਚ ਵੀ ਹਾਹਾ ਹੈ, ਮਿਹਣੇ ਦੇਣੇ, ਕੋਲੇ ਨਾਲ ਚੁੱਲ੍ਹਾ, ਸਾਂਝੀ ਕੰਧ, ਆਰਾਂ ਆਇਆ ਕਰੂ, ਮਿਹਣੇ ਦਿਆ ਕਰੂ, ਚੱਤੋਂ ਪਹਿਰ, ਹਰ ਵਕਤ, ਘੇਸਲ ਵੱਟ ਗਏ, ਪਾਸਾ ਵੱਟ ਗਏ। ਮੁੰਨੋ ਬੈਠੀ ਬੋਲਦੀ ਰਹੀ, ਈਸਰ ਚੁੱਪ ਕਰਕੇ ਸੁਣਦਾ ਰਿਹਾ। ਉਹਨੂੰ ਕਿਸੇ ਗੱਲ ਦਾ ਜਵਾਬ ਸੁੱਝ ਨਹੀਂ ਸੀ ਰਿਹਾ। ਖੁਰਲੀ ਉੱਤੇ ਸਿਰ ਫੜ ਕੇ ਬੈਠਾ ਰਿਹਾ। ਮੁੰਨੋ ਤੋਂ ਘਰ ਦੀ ਕਿਸੇ ਵੀ ਹਾਲਤ ਦਾ ਭੇਤ ਨਹੀਂ ਸੀ ਗੁੱਝਾ। ਉਹ ਸਭ ਕੁਝ ਜਾਣਦੀ ਸੀ। ਉਹਨੂੰ ਪਤਾ ਸੀ ਕਿ ਈਸਰ ਜਦੋਂ ਅੱਡ ਹੋਇਆ, ਉਹਦੀ ਭਰਜਾਈ ਨੇ ਉਹ ਤੋਂ ਕਰਜ਼ਾ ਜੋ ਚੱਕਿਆ ਹੋਇਆ ਸੀ ਉਸ ਕਾਗਜ਼ ਦੇ ਉੱਤੇ ਅੰਗੂਠਾ ਲਵਾਇਆ ਸੀ ਅਤੇ ਉਹਨੂੰ ਫੇਰ ਭਾਂਡੇ ਚੁੱਕਣ ਦਿੱਤੇ ਸੀ। ਜਦੋਂ ਉਹਨੂੰ ਜ਼ਮੀਨ ਦਿੱਤੀ ਤਾਂ ਉਹ ਵੀ ਅੱਧਿਓਂ ਵੱਧ ਜਿਹੜੀ ਸੀਗੀ ਉਹ ਬੰਜਰ ਜ਼ਮੀਨ ਸੀ। ਇੱਕ ਉਹ ਖੇਤੀ ਕਰਨ ਵਾਲਾ ਇਕੱਲਾ ਸੀ ਅਤੇ ਇਕੱਲੇ ਬੰਦੇ ਨੂੰ ਖੇਤੀ ਕਰਨੀ ਬੜੀ ਔਖੀ ਹੁੰਦੀ ਆ। ਕਰਜ਼ਾ ਉਹਦਾ ਦਿਨੋਂ ਦਿਨ ਵਧੀ ਜਾ ਰਿਹਾ ਸੀ। ਮੁੰਨੋ ਨੂੰ ਵੀ ਪਤਾ ਸੀ ਕਿ ਈਸਰ ਬਹੁਤ ਔਖਾ ਹੈਗਾ, ਵੀ ਵਾਧੂ ਖਰਚ ਸਹੇੜਨਾ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਆ। ਚਾਹੁੰਦੀ ਉਹ ਵੀ ਨਹੀਂ ਸੀ ਕਿ ਉਹ ਦੁਖੀ ਕਰੇ ਉਸਨੂੰ, ਪਰ ਉਹਨੂੰ ਜਠਾਣੀ ਦੇ ਤਾਨੇ ਮਿਹਣੇ ਜਿਹੜੇ ਸੀਗੇ ਉਹ ਟਿਕਣ ਨਹੀਂ ਸੀ ਦੇ ਰਹੇ। ਇਸ ਕਰਕੇ ਉਹਨੂੰ ਬੇਇੱਜ਼ਤੀ ਕਰਾਉਣੀ ਮੁਸ਼ਕਿਲ ਲੱਗਦੀ ਸੀ। ਪਰ ਫਿਰ ਵੀ ਉਹਨੇ ਈਸਰ ਨੂੰ ਦੇਖਿਆ ਵੀ ਉਹ ਢਿੱਲਾ ਜਿਹਾ ਮੂੰਹ ਕਰਕੇ ਬੈਠਾ ਹੋਇਆ, ਤਾਂ ਉਹਨੂੰ ਕਹਿੰਦੀ ਕਿ ਬਾਕੀ ਮੈਂ ਆਪੇ ਸਾਰ ਲੂੰ, ਤੂੰ ਮੁੰਡੇ ਦੇ ਕੱਪੜੇ ਬਣਵਾ ਲਿਆ ਵਿਆਹ ਵਾਲੇ ਦੇ। ਅਤੇ ਈਸਰ ਹੈਰਾਨ ਹੋ ਗਿਆ ਕਿ ਆਪੇ ਕਿਵੇਂ ਸਾਰ ਲਏਗੀ, ਅਤੇ ਉਸਨੂੰ ਹੈਰਾਨੀ ਹੋ ਰਹੀ ਸੀ। ਹੁਣ ਅਗਲੇ ਦਿਨ ਈਸਰ ਤਿਆਰ ਸੀ ਮੰਡੀਓਂ ਬੀਜ ਲੈਣ ਜਾਣ ਵਾਸਤੇ। ਜਦੋਂ ਮੁੰਨੋ ਨੂੰ ਪਤਾ ਲੱਗਿਆ ਵੀ ਹੁਣ ਇਹ ਸ਼ਹਿਰ ਚੱਲਿਆ, ਤਾਂ ਉਹਨੇ ਆਪਣੇ ਸੰਦੂਕ 'ਚੋਂ ਸੱਗੀ ਕੱਢੀ ਅਤੇ ਲਿਆ ਕੇ ਈਸਰ ਨੂੰ ਫੜਾ ਦਿੱਤੀ। ਕਹਿੰਦੀ ਇਹਦੇ ਮੈਨੂੰ ਬਹੂ ਦੇ ਵਾਸਤੇ ਕਾਂਟੇ ਕਰਵਾ ਕੇ ਲਿਆ ਦੀ, ਅਤੇ ਕੱਪੜੇ ਬਹੂ ਦੇ ਮੈਂ ਆਪੋ ਘਰੋਂ ਜੋੜ ਲਵਾਂਗੀ। ਈਸਰ ਨੂੰ ਤਾਂ ਇੰਝ ਹੋ ਗਿਆ ਜਿਵੇਂ ਉਹ ਖੜ੍ਹਾ ਖੜ੍ਹਾ ਹੀ ਸਖਤਾ ਮਾਰ ਗਿਆ ਹੋਵੇ, ਭਾਵ ਉਸਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਕਾਫੀ ਦੇਰ ਉਹ ਸੱਗੀ ਵੱਲ ਝਾਕਦਾ ਰਿਹਾ ਅਤੇ ਕਦੇ ਮੁੰਨੋ ਦੀਆਂ ਅੱਖਾਂ ਵੱਲ ਝਾਕਦਾ ਸੀ। ਮਤਲਬ ਉਹ ਸੋਚਦਾ ਸੀ ਕਿ ਸਾਡੇ ਕੋਲ ਇਹ ਭੋਰਾ ਜਿੰਨਾ ਤਾਂ ਸੋਨਾ, ਜੇ ਅਸੀਂ ਇਹ ਵੀ ਵੇਚ ਦਿੱਤਾ ਤਾਂ ਸਾਡੇ ਕੋਲ ਕੁਛ ਵੀ ਨਹੀਂ ਰਹਿਣਾ। ਪਰ ਮੁੰਨੋ ਬੜਾ ਹੌਸਲਾ ਕਰਕੇ ਆਪਦੇ ਪੁੱਤਰ ਵੱਲ ਇਸ਼ਾਰਾ ਕਰਕੇ ਉਹਨੂੰ ਕਹਿੰਦੀ ਆ ਕਿ ਆਪਣਾ ਮੱਖਣ ਜਿਉਂਦਾ ਰਵੇ, ਅਤੇ ਜੇ ਇਹ ਲਾਇਕ ਨਿਕਲਿਆ ਤਾਂ ਸੱਗੀਆਂ ਅਸੀਂ ਹੋਰ ਬਹੁਤ ਬਣਾ ਲਾਂਗੇ। ਹੁਣ ਮੁੰਨੋ ਦੀ ਗੱਲ ਸੁਣ ਕੇ ਈਸਰ ਨੀਵੀਂ ਪਾ ਕੇ ਖੜ੍ਹਾ ਰਿਹਾ। ਉਹਨੂੰ ਇਉਂ ਲੱਗਿਆ ਜਿਵੇਂ ਕੋਈ ਮਿੱਟੀ ਦੀ ਬਹੁਤ ਭਾਰੀ ਢੇਰੀ ਉਹਦੇ ਉੱਤੇ ਡਿੱਗ ਪਈ ਹੋਵੇ ਅਤੇ ਉਹਦਾ ਸਾਹ ਗੁੱਟ ਹੋ ਗਿਆ ਹੋਵੇ। ਅਤੇ ਮੁੰਨੋ ਉਹਨੂੰ ਬਾਂਹ ਫੜ ਕੇ ਬਾਹਰ ਲੈ ਕੇ ਬੂਹੇ ਤੱਕ ਛੱਡ ਕੇ ਆਉਂਦੀ ਆ, ਅਤੇ ਉਹ ਵਿਚਾਰਾ ਸੋਚੀ ਪਿਆ ਹੋਇਆ ਅਤੇ ਸ਼ਹਿਰ ਦੇ ਰਾਹ ਪੈ ਗਿਆ। ਸ਼ਬਦ ਅਰਥ: ਮਾਰੂ ਬੰਜਰ, ਕਲਾਪਾ ਇਕੱਲਾ, ਚੱਜ ਨਾਲ, ਸਹੀ ਢੰਗ ਨਾਲ, ਖਰਚ ਸਹੇੜਨਾ, ਵਾਧੂ ਖਰਚ ਕਰਨਾ, ਅੱਡੀਆਂ ਚੁੱਕ ਕੇ ਫਾਹਾ ਲੈਣਾ, ਔਖੇ ਹੋ ਕੇ ਕੰਮ ਕਰਨਾ, ਰਾਜੀ ਨਹੀਂ, ਸਹਿਮਤ ਨਹੀਂ, ਵਾਹ ਨਾ ਜਾਂਦੀ, ਪੇਸ਼ ਨਾ ਜਾਂਦੀ, ਨਮੋਸ਼ੀ, ਸ਼ਰਮਿੰਦਗੀ,
ਢਿੱਲਾ, ਉਦਾਸ। ਤਿਉਰ 3 ਕੱਪੜੇ ਜਿਵੇਂ ਕਮੀਜ਼, ਸਲਵਾਰ, ਦੁਪੱਟਾ। ਸਲੱਗ, ਲਾਇਕ, ਹੁਸ਼ਿਆਰ। ਢਿੱਗ, ਮਿੱਟੀ ਦਾ ਢੇਰ। ਜਕੋ ਤਕੀ, ਨਾ ਚਾਹੁੰਦਾ ਹੋਇਆ। ਹੁਣ ਮੁੰਨੋ ਆਪਦੀ ਨਨਾਣ ਦੇ ਪਿੰਡ ਪਹੁੰਚ ਗਈ ਆ, ਨਾਨਕੇ ਮੇਲ ਦੇ ਵਿੱਚ, ਅਤੇ ਬੜੀ ਖੁਸ਼ੀ ਆ ਉਸਨੂੰ। ਉਹ ਧਰਤੀ ਤੋਂ ਹੱਥ ਉੱਚੀ ਤੁਰ ਰਹੀ ਆ, ਭਾਵ ਉਹ ਬੜੇ ਮਾਣ ਹੰਕਾਰ ਵਿੱਚ ਚੱਲ ਰਹੀ ਆ। ਉਹਨੂੰ ਪਤਾ ਕਿ ਉਹ ਚੰਗੇ ਕੱਪੜੇ ਅਤੇ ਗਹਿਣਾ ਬਣਾ ਕੇ ਲੈ ਕੇ ਚੱਲੀ ਆ ਨਾਨਕ ਛੱਕ ਦੇ ਵਿੱਚ। ਨਵੇਂ ਫੈਸ਼ਨ ਦੇ ਉਹਨੇ ਕਾਂਟੇ ਬਣਾਏ ਆ। ਜਦੋਂ ਉੱਥੇ ਉਹਨੇ ਦਿਖਾਵਾ ਦਿਖਾਇਆ ਤਾਂ ਸਾਰੇ ਰਿਸ਼ਤੇਦਾਰ ਜਿਹੜੇ ਸੀ ਉਹ ਮੁੰਨੋ ਦੀ ਪ੍ਰਸ਼ੰਸਾ ਕਰ ਰਹੇ ਸੀ, ਅਤੇ ਉਹਦੀ ਜਠਾਣੀ ਬੜੀ ਸ਼ਰਮਿੰਦਾ ਸੀ। ਹੁਣ ਉੱਥੇ ਉਹਦੇ ਮੂੰਹ ਤੋਂ ਮੱਖੀ ਨਹੀਂ ਸੀ ਉੱਡਦੀ, ਅਤੇ ਮੁੰਨੋ ਨੂੰ ਵੀ ਪਤਾ ਸੀ। ਉਹ ਵੀ ਹੁਣ ਕਦੇ ਜਠਾਣੀ ਵੱਲ ਝਾਕਦੀ ਸੀ, ਜਿਹੜੀ ਉਹਦੇ ਵੱਲ ਅੱਖ ਉੱਚੀ ਕਰਕੇ ਨਹੀਂ ਸੀ ਦੇਖ ਸਕਦੀ। ਹੁਣ ਜੰਝ ਤੋਰ ਕੇ ਮੇਲਣਾ ਗਿੱਧਾ ਪਾਉਣ ਲੱਗੀਆਂ, ਅਤੇ ਮੁੰਨੋ ਪਹਿਲਾਂ ਤਾਂ ਸ਼ਰਮਾਉਂਦੀ ਸੀ, ਕਿਉਂਕਿ ਮੁੰਨੋ ਸਾਰਿਆਂ ਤੋਂ ਛੋਟੀ ਸੀ ਮੇਲ ਦੇ ਵਿੱਚ, ਉਮਰ ਦੇ ਵਿੱਚ, ਅਤੇ ਬਹੁਤ ਹੀ ਸੋਹਣੀ ਸੀ। ਜਦੋਂ ਉਹਨਾਂ ਨੇ ਗਿੱਧਾ ਪਾਉਣਾ ਸ਼ੁਰੂ ਕੀਤਾ ਤਾਂ ਮੁੰਨੋ ਦੀਆਂ ਗੱਲਾਂ 'ਤੇ ਲਾਲੀ ਆ ਗਈ। ਉਸ 'ਤੇ ਜਿਹੜਾ ਦੁਪੱਟਾ ਲਿਆ ਹੋਇਆ ਸੀ, ਦੁਪੱਟੇ ਦੇ ਨਾਲ ਹੀ ਉਹਦੀਆਂ ਗੱਲਾਂ ਦਾ ਰੰਗ ਮਿਲ ਗਿਆ, ਅਤੇ ਥੋੜ੍ਹੀ ਦੇਰ ਬਾਅਦ ਉਹਨੇ ਨੱਚਣਾ ਸ਼ੁਰੂ ਕੀਤਾ ਤਾਂ ਉਹਦੇ ਸਾਰੇ ਅੰਗ ਪਾਰੇ ਵਾਂਗ ਥਰਕਣ ਲੱਗੇ, ਭਾਵ ਉਹ ਬੜੇ ਜੋਸ਼ ਵਿੱਚ ਨੱਚ ਰਹੀ ਸੀ, ਗੇੜੇ ਦੇ ਰਹੀ ਸੀ। ਉਹਦਾ ਲੱਕ ਸੱਪਣੀ ਦੀ ਤਰ੍ਹਾਂ ਵਲ ਖਾ ਰਿਹਾ ਸੀ। ਜਿਹੜੀਆਂ ਪੰਜੇਬਾਂ ਉਹਨੇ ਪੈਰਾਂ ਵਿੱਚ ਪਾਈਆਂ ਹੋਈਆਂ ਸੀ, ਉਹਨਾਂ ਦੀ ਵੀ ਜੰਜੀਰੀ ਬਣੀ ਜਾ ਰਹੀ ਸੀ ਧਰਤੀ 'ਤੇ। ਮੇਲਣਾ ਗਿੱਧਾ ਪਾਉਂਦੀਆਂ ਥੱਕ ਗਈਆਂ, ਉਹਨਾਂ ਦੇ ਹੱਥ ਦੁਖਣ ਲੱਗ ਗਏ, ਪਰ ਮੁੰਨੋ ਨੱਚਦੀ ਨਹੀਂ ਥੱਕੀ। ਮੁੰਨੋ ਨੂੰ ਨੱਚਦੀ ਵੇਖ ਕੇ ਜਦੋਂ ਗਿੱਧੇ ਦੀ ਆਵਾਜ਼ ਸੁਣੀ, ਪਿੰਡ ਦੇ ਵਿੱਚ ਜਿਹੜੇ ਗੱਭਰੂ ਮੁੰਡੇ ਸੀ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। ਗਲੀ ਵਿੱਚ ਬਹੁਤ ਸਾਰੇ ਮੁੰਡੇ ਇਕੱਠੇ ਹੋ ਗਏ ਅਤੇ ਗਿੱਧਾ ਪਾਉਂਦੀਆਂ ਔਰਤਾਂ ਦੇ ਨੇੜੇ ਨੂੰ ਹੋਣ ਲੱਗੇ, ਅਤੇ 2 ਵਿੱਚ ਸ਼ਰਾਰਤੀ ਮੁੰਡੇ ਮੁੰਨੋ ਨੂੰ ਦੇਖ ਕੇ ਉਸ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ ਵੀ ਇਹਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ। ਅਤੇ ਫਿਰ ਦੂਸਰਾ ਕੀ ਕਹਿੰਦਾ? ਦੂਸਰਾ ਕਹਿੰਦਾ ਕਿ ਜੇ ਕਿਤੇ ਇਹਨੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਇਹ ਤਾਂ ਸਾਡੇ ਵਰਗੇ ਛੜਿਆਂ ਨੂੰ ਮਾਰ ਹੀ ਦਿੰਦੀ। ਤਾਂ ਫਿਰ ਪਹਿਲਾਂ ਉਹਦੀ ਗੱਲ ਦੇ ਜਵਾਬ ਵਿੱਚ ਕਹਿੰਦਾ ਬਈ ਇਕੱਲੇ ਫੁੱਲ ਤਾਂ ਬੱਛਰੇ ਦੇ ਸਿੰਗਾਂ ਵਾਂਗੂ ਲੱਗਦੇ ਆ। ਗਾਂ ਦਾ ਬੱਛਾ ਹੁੰਦਾ, ਉਹਦੇ ਛੋਟੇ ਛੋਟੇ ਸਿੰਗ ਹੁੰਦੇ ਆ, ਅਤੇ ਕਹਿੰਦਾ ਸਿੰਗਾਂ ਵਾਂਗੂ ਲੱਗਦੇ ਨੇ। ਫਿਰ ਦੂਸਰਾ ਕੀ ਕਹਿੰਦਾ ਬਈ ਰੱਬ ਨੇ ਇਹਨੂੰ ਕਿੰਨੀ ਸੋਹਣੀ ਬਣਾਇਆ। ਕਹਿੰਦਾ ਇਹਨੂੰ ਬਣਾਉਣ ਲੱਗਿਆਂ ਭੋਰਾ ਕਸਰ ਨਹੀਂ ਛੱਡੀ, ਕੋਈ ਕਮੀ ਨਹੀਂ, ਇੰਝ ਲੱਗਦੀ ਆ ਜਿਵੇਂ ਇਹ ਇੰਦਰ ਦੇ ਖਾੜੇ ਦੀ ਪਰੀ ਹੋਵੇ। ਇਸ ਤਰ੍ਹਾਂ ਕਰਕੇ ਮੁੰਡੇ ਉਹਦੀਆਂ ਤਾਰੀਫਾਂ ਕਰਦੇ ਆ, ਅਤੇ ਇਹ ਗੱਲਾਂ ਮੁੰਨੋ ਸੁਣ ਲੈਂਦੀ ਆ। ਜਦੋਂ ਮੁੰਨੋ ਨੂੰ ਆਪਣੀ ਸੱਗੀ ਬਾਰੇ ਪਤਾ ਲੱਗਦਾ ਕਿ ਮੇਰੀ ਸੱਗੀ ਤੋਂ ਬਿਨਾਂ ਮੈਂ ਸੋਹਣੀ ਨਹੀਂ ਲੱਗ ਰਹੀ, ਮੁੰਡਿਆਂ ਨੇ ਇਹ ਗੱਲ ਕਹੀ ਆ, ਤਾਂ ਜਿਹੜੀ ਮੁੰਨੋ ਦੀਆਂ ਗੱਲਾਂ ਦੀ ਲਾਲੀ ਚਮਕ ਰਹੀ ਸੀ, ਹੁਣ ਉਹ ਇੱਕਦਮ ਪੱਥਰ ਵਾਂਗੂ ਬਣ ਗਈ, ਅਤੇ ਉਹਦੇ ਗਿੱਧੇ ਦੀ ਚਾਲ ਵੀ ਮੱਠੀ ਪੈ ਗਈ। ਉਹਦੇ ਚਿਹਰੇ 'ਤੇ ਪੀਲਾਪਣ ਆ ਗਿਆ, ਪਲੱਤਣ ਆ ਗਈ। ਇਸ ਤਰ੍ਹਾਂ ਕਰਕੇ ਹੌਲੀ ਹੌਲੀ ਗਿੱਧਾ ਬੰਦ ਹੋ ਗਿਆ। ਸ਼ਬਦ ਅਰਥ: ਹੱਥ ਉੱਚੀ ਮਾਣ ਨਾਲ, ਠੂਏ ਵਾਂਗ ਟੱਪਦੀ, ਲੜਨ ਨੂੰ ਤਿਆਰ ਤੇ ਜੋ ਕਦੇ ਟਿਕੇ ਹੀ ਨਾ, ਅੱਖ ਉੱਚੀ ਨਾ ਕਰ ਸਕਣਾ, ਸ਼ਰਮ ਮਹਿਸੂਸ ਕਰਨਾ। ਰੂਪ: ਸੁਹੱਪਣ, ਲੋੜੇ ਦਾ, ਬਹੁਤ ਜ਼ਿਆਦਾ। ਖਾਸਾ, ਕਾਫੀ, ਨਗਾਂ ਵਾਂਗੂ ਚਮਕਦੇ ਪੱਥਰ। ਆਹੂ ਲਾਉਣਾ, ਮਾਰ ਦੇਣਾ। ਮੱਠਾ, ਹੌਲੀ, ਤਾਲ ਥਿੜਕਣ ਲੱਗ ਪਈ, ਚਾਲ ਮੱਧਮ ਹੋਣ ਲੱਗੀ। ਸਿਲ ਪੱਥਰ, ਅਡੋਲ। ਮੁੰਨੋ ਆਪਣੀ ਸੱਗੀ ਦੀ ਕਮੀ ਦੀ ਨਮੋਸ਼ੀ ਵਿੱਚ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ। ਸਾਰੀਆਂ ਨਾਲ ਦੀਆਂ ਮੁਟਿਆਰਾਂ ਉਹਨੂੰ ਪੁੱਛ ਰਹੀਆਂ, ਕੁੜੇ ਕੀ ਹੋ ਗਿਆ?
ਤਾਂ ਕੀ ਕਹਿੰਦੀ ਆ ਕਿ ਗਿੱਟੇ ਨੂੰ ਮੋਚ ਆ ਗਈ। ਬੜੀ ਮਲਮੀ ਜੀਭ ਨਾਲ ਉਹਨੇ ਜਵਾਬ ਦਿੱਤਾ ਅਤੇ ਉਹ ਬੜੀਆਂ ਸਮਝਦਾਰ ਸੀ। ਉਹ ਸਮਝ ਗਈਆਂ ਵੀ ਇਹਦੇ ਮੋਚ ਕਿਤੇ ਹੋਰ ਆਈ ਆ, ਭਾਵ ਇਹਦੇ ਦਿਲ ਨੂੰ ਦੁੱਖ ਹੋਇਆ ਕਿਉਂਕਿ ਮੁੰਡਿਆਂ ਨੇ ਇਹ ਗੱਲ ਕਹੀ ਕਿ ਸੱਗੀ ਤੋਂ ਬਿਨਾਂ ਫੁੱਲ ਇਕੱਲੇ ਬੱਛਰੂ ਦੇ ਸਿੰਗਾਂ ਵਾਂਗੂ ਲੱਗਦੇ ਨੇ। ਤਾਂ ਮੁੰਡੇ ਫੇਰ ਕੀ ਕਹਿੰਦੇ ਹੁਣ ਮੇਲਣ ਨੂੰ ਨਜ਼ਰ ਲੱਗ ਗਈ। ਇਸ ਤਰ੍ਹਾਂ ਕਰਕੇ ਦੋਵਾਂ ਗੱਭਰੂਆਂ ਵਿੱਚੋਂ ਇੱਕ ਨੇ ਕਿਹਾ ਅਤੇ ਚੁੱਪ ਕਰਕੇ ਗਾਂਹ ਤੁਰ ਗਏ। ਬੱਚਿਓ, ਮੁੰਨੋ ਕੀ ਸੋਚਦੀ ਆ ਕਿ ਜੇ ਅੱਜ ਮੇਰੇ ਕੋਲ ਸੱਗੀ ਹੁੰਦੀ ਤਾਂ ਮੈਂ ਹੋਰ ਵੀ ਸੋਹਣੀ ਲੱਗਦੀ। ਸੋ ਇਸ ਕਹਾਣੀ ਦੇ ਵਿੱਚ ਇਹ ਦੱਸਿਆ ਗਿਆ ਕਿ ਕਿਸਾਨ ਦੀ ਨਿੱਘਰਦੀ ਕਿਸਾਨੀ ਦੀ ਸੱਚਾਈ ਪੇਸ਼ ਕੀਤੀ ਆ। ਇਹ ਵਰਗ ਬਹੁਤ ਕਠਿਨਾਈਆਂ ਝੱਲਦਾ, ਸੰਕਟਾਂ ਵਿੱਚੋਂ ਗੁਜ਼ਰਦਾ, ਔਰ ਇਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਆਰਥਿਕ ਸਥਿਤੀ ਹੁੰਦੀ ਆ। ਇਹਨਾਂ ਨੂੰ ਵੰਡ ਸਮੇਂ ਜ਼ਮੀਨ 'ਚ ਹੇਰਾ ਫੇਰੀਆਂ ਹੁੰਦੀਆਂ ਨੇ ਔਰ ਪਰਿਵਾਰਾਂ ਦੇ ਵਧਣ ਨਾਲ ਜ਼ਮੀਨ ਘਟਣੀ ਸ਼ੁਰੂ ਹੋ ਜਾਂਦੀ ਆ। ਸਾਂਝੇ ਪਰਿਵਾਰ ਟੁੱਟਦੇ ਆ, ਵੰਡੇ ਪੈ ਜਾਂਦੇ ਆ ਜ਼ਮੀਨਾਂ ਦੇ। ਜਦੋਂ ਵੀ ਇਹਨਾਂ ਨੇ ਕੋਈ ਕੰਮ ਕਰਨਾ, ਘਰੇਲੂ ਵਿਆਹ ਸ਼ਾਦੀ ਕਰਨੀ ਆ, ਘਰ ਬਣਾਉਣਾ, ਇਹਨਾਂ ਨੂੰ ਆਪਦਾ ਨੱਕ ਰੱਖਣ ਲਈ ਸਦਾ ਹੀ ਕਰਜ਼ਾ ਚੁੱਕਣਾ ਪੈਂਦਾ ਔਰ ਸ਼ਰੀਕਾਂ ਤੋਂ ਵਾਹ ਪ੍ਰਾਪਤ ਕਰਨੀ ਚਾਹੁੰਦੇ ਆ। ਫਿਰ ਨਮੋਸ਼ੀ ਤੋਂ ਬਚਣ ਵਾਸਤੇ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਆ। ਸੋ ਇਹਦੇ ਵਿੱਚ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਇਹੀ ਦੱਸਿਆ ਕਿ ਸਾਨੂੰ ਆਪਣੀ ਆਰਥਿਕ ਸਥਿਤੀ ਨੂੰ ਸਮਝ ਕੇ ਖਰਚ ਕਰਨੇ ਚਾਹੀਦੇ ਆ ਅਤੇ ਚਾਦਰ ਵੇਖ ਕੇ ਸਾਨੂੰ ਆਪਣੇ ਪੈਰ ਪਸਾਰਨੇ ਚਾਹੀਦੇ ਹਨ।